Hello friends, ਸਤਿ ਸ਼੍ਰੀ ਅਕਾਲ। ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਮਾਈ ਨੇਮ ਇਜ਼ ਅਜੈ ਸਿਡਾਨਾ ਐਂਡ ਅੱਜ ਤੋਂ ਆਪਾਂ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ। YouTube ਤੇ ਹੀ ਰਹੇਗੀ ਇਹ ਸੀਰੀਜ਼, ਜਿਹਦੇ 'ਚ ਆਪਾਂ ਕਰਾਂਗੇ ਕਰੰਟ ਅਫੇਅਰਸ T20। ਸੋ T20 ਦਾ ਦੌਰ ਹੈ, ਕਿਉਂ ਨਾ ਆਪਾਂ ਇਹਨੂੰ ਐਜੂਕੇਸ਼ਨ ਤੇ ਜਿਹੜਾ ਹੈ ਜਨਰਲ ਨੌਲੇਜ ਵੀ ਯੂਜ਼ ਕਰੀਏ। ਸੋ ਇਹ ਇੱਕ ਵੀਕਲੀ ਸੀਰੀਜ਼ ਹੋਏਗੀ ਜਿਹਦੇ 'ਚ ਆਪਾਂ ਪਿਛਲੇ ਵੀਕ ਦੇ ਜਿਹੜੇ ਮੋਸਟ ਇੰਪੋਰਟੈਂਟ 20 ਕੁਐਸਚਨਸ ਬੰਦੇ ਹੈ ਕਰੰਟ ਅਫੇਅਰ ਅਲੋਂਗ ਵਿਦ ਸਟੈਟਿਕ ਜੀਕੇ ਤੋਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਕਰੰਟ ਅਫੇਅਰ ਫੈਕਲਟੀ ਹਾਂ, ਲੇਕਿਨ ਮੈਂ ਨਾਲ ਜਨਰਲ ਅਵੇਅਰਨੈਸ ਜਿਹੜੀ ਹੈ ਉਹ ਤੁਹਾਨੂੰ ਮਤਲਬ ਐਪ ਦੇ ਉੱਪਰ ਟੀਚ ਕਰਵਾਉਣਾ ਹੈ ਨਾ। ਸੋ ਉਹਦੇ 'ਚ ਅਗਰ ਆਪਾਂ ਗੱਲ ਕਰੀਏ ਤਾਂ ਕਰੰਟ ਅਫੇਅਰਸ ਦੇ ਕੁਐਸਚਨਸ ਦੇ ਨਾਲ ਨਾਲ ਜਾਂ ਕਰੰਟ ਅਫੇਅਰ ਦੀਆਂ ਜਿਹੜੀਆਂ ਨਿਊਜ਼ ਆਈਆਂ ਜਾਂ ਨਿਊਜ਼ਪੇਪਰਸ ਦੇ ਵਿੱਚ ਜਿਹੜੀਆਂ ਨਿਊਜ਼ ਆਈਆਂ, ਇੱਕੋ ਹੀ ਗੱਲ ਹੈ। ਉਹਦੇ ਨਾਲ ਰਿਲੇਟ ਕਰਦੇ ਹੋਏ ਕਿਹੜੇ ਕੁਐਸਚਨਸ ਜਿਹੜੇ ਹੈ ਉਹ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਣ ਸਕਦੇ ਹੈ, ਉਹ 20 ਕੁਐਸਚਨਸ ਆਪਾਂ ਇੱਥੇ ਡਿਸਕਸ ਕਰਿਆ ਕਰਾਂਗੇ। ਕਹਿਣ ਨੂੰ ਦੋਸਤੋ ਇਹ 20 ਕੁਐਸਚਨਸ ਹੋਣਗੇ, ਲੇਕਿਨ ਉਹਦੇ ਆਪਾਂ ਆਪਸ਼ਨਸ ਇਸ ਤਰੀਕੇ ਦੇ ਰੱਖੇ ਹੋਏ ਹੈ ਕਿ ਇਹ ਤਕਰੀਬਨ 50 ਕੁਐਸਚਨਸ, ਅਗਰ ਤੁਸੀਂ ਆ 20-25 ਮਿੰਟ ਦਾ ਸੈਸ਼ਨ ਲਗਾ ਲਓਗੇ ਤਾਂ ਤਕਰੀਬਨ 50 ਕੁਐਸਚਨ ਜਿਹੜੇ ਹੈ ਉਹ ਤੁਹਾਡੇ ਕਵਰ ਹੋ ਜਾਣਗੇ ਪੂਰੇ ਵੀਕ ਦੇ। ਚਲੋ ਫਿਰ ਆਪਾਂ ਸਟਾਰਟ ਕਰਦੇ ਹਾਂ ਕਰੰਟ ਅਫੇਅਰ T20। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੀਆਂ ਸਲਾਈਡਸ ਦੇ ਉੱਪਰ 20 ਕੁਐਸਚਨਸ ਆਣਗੇ। ਤੁਹਾਨੂੰ ਦੋ ਬੈਨੀਫਿਟ ਹੋਣਗੇ ਇਸ ਚੀਜ਼ ਦੇ। ਪਹਿਲਾ ਬੈਨੀਫਿਟ ਇਹ ਹੋਏਗਾ ਕਿ ਅਗਰ ਤੁਸੀਂ ਕਰੰਟ ਅਫੇਅਰ ਨਹੀਂ ਵੀ ਹਜੇ ਤੱਕ ਪੜ੍ਹਿਆ ਤਾਂ ਤੁਹਾਨੂੰ ਇੱਕ ਆਈਡੀਆ ਮਿਲ ਜਾਏਗਾ ਕਿ ਪਿਛਲੇ ਇੱਕ ਵੀਕ ਦੇ ਵਿੱਚ ਪੂਰੇ ਵਰਲਡ ਦੇ ਵਿੱਚ, ਇੰਡੀਆ ਦੇ ਵਿੱਚ ਕੀ ਕੁਝ ਹੋਇਆ ਹੈ। ਐਂਡ ਸੈਕਿੰਡ ਥਿੰਗ, ਅਗਰ ਤੁਸੀਂ ਪ੍ਰੋਪਰ ਤਰੀਕੇ ਨਾਲ ਡੇਲੀ ਬੇਸਿਸ ਦੇ ਉੱਪਰ ਕਰੰਟ ਅਫੇਅਰ ਪੜ੍ਹਿਆ ਤਾਂ ਤੁਹਾਡੀ ਪ੍ਰੈਕਟਿਸ ਹੋਏਗੀ, ਨਾਲ ਨਾਲ ਤੁਸੀਂ ਆਪਦੀ ਤਿਆਰੀ ਨੂੰ ਜੱਜ ਕਰ ਸਕਦੇ ਹੋ ਕਿ ਤੁਹਾਨੂੰ ਇਹਨਾਂ ਚੋਂ 20 ਕੁਐਸਚਨਸ ਚੋਂ ਕਿੰਨੇ ਕੁਐਸਚਨ ਆਉਂਦੇ ਸੀਗੇ। ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦਾ ਜਿਹੜਾ ਸਕੋਰ ਹੈ ਉਹ ਵੀ ਲਿਖ ਸਕਦੇ ਹੋ। ਅਗਰ ਤੁਸੀਂ ਪ੍ਰੋਪਰ ਤਰੀਕੇ ਨਾਲ ਕਰੰਟ ਅਫੇਅਰ ਪੜ੍ਹ ਰਹੇ ਹੋ, ਕਿਸੇ ਵੀ ਸੋਰਸ ਤੋਂ ਪੜ੍ਹ ਰਹੇ ਹੋ, ਮੇਰੇ ਤੋਂ ਪੜ੍ਹ ਰਹੇ ਹੋ ਜਾਂ ਕਿਸੇ ਵੀ ਸੋਰਸ ਤੋਂ ਪੜ੍ਹ ਰਹੇ ਹੋ, ਤਾਂ ਤੁਹਾਨੂੰ ਇਹ ਜਿਹੜੇ ਕੁਐਸਚਨਸ ਹੈ ਉਹ ਆਣੇ ਚਾਹੀਦੇ ਆ। 20 ਆਊਟ ਆਫ 20 ਤੁਸੀਂ ਜਿਹੜਾ ਹੈ ਉਹ ਕੋਸ਼ਿਸ਼ ਕਰੋ ਇਹਨੂੰ ਪ੍ਰੋਪਰ ਤਰੀਕੇ ਨਾਲ ਲੈਣ ਦੀ, ਠੀਕ ਹੈ ਜੀ। ਸੋ ਗੱਲ ਕਰਦੇ ਆ ਜੀ ਆਪਾਂ MCQs ਬੇਸਡ ਔਨ ਐਗਜ਼ਾਮ ਪੈਟਰਨ। ਸੋ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਆਏਗਾ। ਫਟਾਫਟ ਆਪਾਂ ਜ਼ਿਆਦਾ ਟਾਈਮ ਨਹੀਂ ਜਿਹੜਾ ਹੈ ਇਸ ਤੇ ਲਗਾਉਂਦੇ, ਜੋ ਆਪਾਂ 1 ਬਾਈ 1 ਕੁਐਸਚਨ ਦਾ ਜਿਹੜਾ ਹੈ ਉਹਨਾਂ ਕੀ ਤੁਹਾਨੂੰ ਟਾਈਮ ਮਿਲੇਗਾ ਜਿੰਨਾ ਟਾਈਮ ਮੈਨੂੰ ਕੁਐਸਚਨ ਨੂੰ ਪੜ੍ਹਨ ਤੇ ਉਹਨੂੰ ਇੰਟਰਪ੍ਰੇਟ ਜਾਂ ਫਿਰ ਉਹਨੂੰ ਪੰਜਾਬੀ 'ਚ ਜਿਹੜਾ ਹੈ ਕਨਵਰਟ ਕਰਨ ਤੇ ਲੱਗੇਗਾ। ਨਾਲ ਦੀ ਨਾਲ ਆਪਾਂ ਉਸ ਦਾ ਜਿਹੜਾ ਆਨਸਰ ਹੈ ਉਹ ਵੀ ਡਿਸਕਸ ਕਰਾਂਗੇ। ਸੋ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਇਹ ਰਿਹਾ। World MSME Day has recently been celebrated on which of the following date? A. June 27, B. June 29, या C. June 30th, या D. July 1st? World MSME Day, Micro Small and Medium Enterprises International Day ਇਹਦਾ ਕਿਹੜੇ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ? 27 ਜੂਨ ਨੂੰ, 29 ਜੂਨ ਨੂੰ, 30 ਜੂਨ ਨੂੰ ਜਾਂ 1 ਜੁਲਾਈ ਨੂੰ, ਯਾਨੀ ਕਿ 1 ਜੁਲਾਈ ਨੂੰ। World MSME Day. So the right answer, question तो right है ही है, right answer to this question is June 27। 27 ਜੂਨ ਦਾ ਜਿਹੜਾ ਦਿਨ ਹੁੰਦਾ ਹੈ ਉਹ ਹਰ ਸਾਲ ਜਿਹੜਾ ਹੈ MSME Day ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਫਿਰ ਅਗਰ ਆਪਾਂ 29th of June ਦੀ ਗੱਲ ਕਰੀਏ ਤਾਂ 29th of June ਹੁੰਦਾ ਹੈ ਦੋਸਤੋ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ। ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਹੁੰਦਾ ਹੈ 29th of June। ਜਿਹੜਾ 30 ਜੂਨ ਹੈ, 30th ਜੂਨ ਹੈ, ਉਹ ਹੁੰਦਾ ਹੈ ਇੰਟਰਨੈਸ਼ਨਲ ਡੇ ਆਫ ਐਸਟਰੋਇਡਸ, ਠੀਕ ਹੈ ਜੀ। ਐਂਡ 1 ਜੁਲਾਈ ਜਿਹੜਾ ਹੈ ਉਹ ਦੋ ਦਿਨ ਜਿਹੜਾ ਸੈਲੀਬ੍ਰੇਟ ਕੀਤਾ, ਮਤਲਬ ਦੋ ਤਰੀਕਿਆਂ ਨਾਲ ਹੁੰਦਾ ਹੈ। ਇੱਕ ਇਸ ਦਿਨ ਹੁੰਦਾ ਹੈ ਇੰਡੀਆ ਦੇ ਵਿੱਚ ਨੈਸ਼ਨਲ ਡਾਕਟਰਸ ਡੇ, ਤੇ ਦੂਸਰਾ ਹੁੰਦਾ ਦੋਸਤੋ CA ਡੇ, ਠੀਕ ਹੈ ਜੀ। ਚਾਰਟਰਡ ਅਕਾਊਂਟੈਂਟ ਡੇ ਵੀ 1 ਜੁਲਾਈ ਨੂੰ ਹੁੰਦਾ ਹੈ, ਕਿਉਂਕਿ 1 ਜੁਲਾਈ ਹੀ ਉਹ ਦਿਨ ਸੀਗਾ ਜਦੋਂ 1 ਜੁਲਾਈ 1949 ਨੂੰ ICAI ਇਹਦੀ ਜਿਹੜੀ ਸਥਾਪਨਾ ਕੀਤੀ ਗਈ ਸੀ, ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ, ICAI ਦੀ ਸਥਾਪਨਾ ਕੀਤੀ ਗਈ ਸੀ। ਤਾਂ ਕਰਕੇ 1 ਜੁਲਾਈ ਨੂੰ CA ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈ। ਓਕੇ ਹੈ ਜੀ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਕੁਐਸਚਨ ਨੰਬਰ 2 ਇਹ ਵੀ ਡੇਜ਼ ਨਾਲ ਰਿਲੇਟਡ ਹੈ। In India, National Statistic Day is celebrated every year on June 29. It is related to the birth anniversary of which of the following personality? Important question है, ध्यान नाल पढ़ो इस चीज नूं। A. Dr. BC Roy, that is विधान चंद्र रॉय। B. श्री नाथ प्रभु कैंपेगौड़ा। C. Dr. PC महालानोबिस, ठीक है, थोड़ा टंग ट्विस्टिंग है, महालानोबिस, ठीक है जी। ते D है none of these।
तो दसो जी ਇਹਦੇ की आएगा नैशनल स्टैटिस्टिक डे यानी कि जिन्होंने आप कहने सांख्यांकी डेटा डेटा का जोड़ा दिवस है क्योंकि डेवलपिंग नेशन लाइक इंडिया जिथे बहुत ज़्यादा पॉपूलेशन हैगी है उन्होंने इस तरह का जोड़ा डेटा जोड़ा है वो बहुत इंपोर्टेंट होंगे बिकॉज डेटा माइनिंग के नाल ही जो गवर्नमेंट स्कीम्स है उन्होंने कोई रिजल्ट है या किस तरह दी स्कीम्स जड़ियाँ है वो लैके आनिया चाहिए ये सारा कुछ डेटा माइनिंग नाल ही पता लगता है। गवर्नमेंट ऑफ इंडिया का एक डिपार्टमेंट भी है MOSPI मिनिस्ट्री ऑफ स्टैटिस्टिक एंड प्रोग्राम इंप्लीमेंटेशन। कमेंट बॉक्स से दसो कि उनके मिनिस्टर कौन है ठीक है। सो नैशनल स्टैटिस्टिक डे इंडिया के 29 ऑफ जून को सैलीब्रेट होंगे है। सो ये सैलीब्रेट किन्ना दी बर्थ एनिवर्सरी करके 29 ऑफ जून ਨੂੰ ਹੁੰਦਾ ਹੈ। द राइट आंसर इज डॉक्टर PC महालनोबिस ठीक है जी। इन्हां दी बर्थ एनिवर्सरी करके ही जिहड़ा है वो इंडिया दे विच क्योंकि ये बहुत वड्डे इकोनॉमिक्स सीगे इकोनॉमिक्स वाले जानते होणगे इन्हां दे नाम ते करव भी आंदी है जो आप इकोनॉमिक्स दे विच पढ़ते हैं। अगर दोस्तों आप बाकी ऑप्शंस की गल करिए डॉक्टर बिधान चंद्र राय ही वाज दी सैकेंड चीफ मिनिस्टर सैकेंड टर्म सी सैकेंड चीफ मिनिस्टर ऑफ वेस्ट बंगाल ठीक है जी। तो इन्हां दे नाम ते ही जिहड़ा नैशनल डॉक्टर्स डे हुंदा है इन्हां दी कोइंसीडेंटली इन्हां दी बर्थ एनिवर्सरी भी ते इन्हां दी डेथ एनिवर्सरी भी जिहड़ी है बर्थ एनिवर्सरी एज वैल एज डेथ एनिवर्सरी जिहड़ी है वो इन्हां दी 1 जुलाई नूं ही सीगी तां करके इन्हां दे नाम ते नैशनल डॉक्टर्स डे जिहड़ा है वो इंडिया दे विच सैलीब्रेट होंदा है। ही वाज पॉलिटिशियन फ्रीडम फाइटर ठीक है ये सीगे ते वैस्ट बंगाल दे ये सैकेंड टर्म दे जिहड़े है उस चीफ मिनिस्टर भी रह चुके हैं डॉक्टर बिधान चंद्र रॉय। फिर आप गल करते डॉक्टर नाथ प्रभु कैंपेगौड़ा तो अगर तुहानूं कुछ याद आया तो बेंगलोर के इंटरनेशनल एयरपोर्ट का नाम है कैंपेगौड़ा। बेंगलोर के बस स्टैंड का नाम भी कैंपेगौड़ा जी के नाम से है। बेंगलोर के मैट्रो स्टेशन जो सब तो बड़ा मैट्रो स्टेशन है बेंगलोर का उनका नाम भी कैंपेगौड़ा ते है। तो ये कौन सीगे कैंपेगौड़ा जिहड़े सीगे वो एक राजा सीगे 16वीं शताब्दी के जिन्हां ने बेंगलुरु की जिन्हां अज का नाम बेंगलुरु है पहला बेंगलोर कहते सी उनकी स्थापना की थी राइट। सो नाथ प्रभु कैंपेगौड़ा जी की रीसेंट के 27 ऑफ जून को इन्हां दी बर्थ एनिवर्सरी जिहड़ी है वो सैलीब्रेट की गई। इन्हां दी बर्थ एनिवर्सरी के उपर करनाटका के चीफ मिनिस्टर ठीक है जी उन्होंने जिहड़ा है उन्होंने की अनाउंस किया कि कैंपेगौड़ा जी की जिहड़ी है एक स्टैचू लगेगा एयरपोर्ट के उपर एज वैल एज विधान सभा के विच। एयरपोर्ट जिहड़ा बेंगलुरु एयरपोर्ट है जिनका ऑलरेडी नाम कैंपेगौड़ा जी के नाम से है। सो उहदे विच की है 101 फीट जिहड़ा उच्चा जिहड़ा स्टैचू है वो उत्थे लगाया जाएगा। ओके है जी। सो अगे चलते हैं क्वेश्चन नंबर 3। क्वेश्चन नंबर 3 की गल करते हैं विद रिस्पेक्ट टू इंडियन कॉन्स्टिट्यूशन विच ऑफ द फॉलोइंग शेड्यूल इज रिलेटेड टू एंटी डिफेक्शन। शेड्यूल नंबर 6 शेड्यूल नंबर 7 शेड्यूल नंबर 9 या शेड्यूल 10। इंडियन कॉन्स्टिट्यूशन दे विच या इंडियन कॉन्स्टिट्यूशन के अनुसार किहड़ा शेड्यूल है कॉन्स्टिट्यूशन का जिहड़ा कि एंटी डिफेक्शन नाल रिलेट करता है। एंटी डिफेक्शन को आप कह सकते हैं दल बदल कानून या दल बदल के नाल रिलेट करता है एंटी डिफेक्शन। या इनू ये कह सकते हैं कि अगर किसी की जिहड़ी है मैंबरशिप रद्द होवे एक दल तो दूजे दल के जाण दे विच ये चीज़ किहड़े शेड्यूल दे विच मैंशन की गई है कॉन्स्टिट्यूशन दे विच। 4 ऑप्शन तुहाडे सामने है। द राइट आंसर तो की आएगा इस क्वेश्चन का। ये क्यों बनया वैसे क्वेश्चन ये क्वेश्चन इस करके बनया पिछले 10 दिनों तो 20 जून तो ही महाराष्ट्र इंडियन स्टेट ऑफ महाराष्ट्र उनके विच की हो रहा है काफ़ी ज़्यादा उठापटक चल रही सी। रीसेंट के तो उठापटक खत्म हुई है क्योंकि कुछ जोड़े शिवसेना को 55 MLA सीगे 55 चों हजे तक एग्जैक्ट ये नहीं पता भी किन्निया ने जोड़ा है वो रेबल किया है ना किन्ने जने जोड़े है वो उतों की उन्होंने तो नाराज होके असम के गुवाहाटी के पहला सूरत गए सी फिर असम के गुवाहाटी के बैठे सीगे। सो किन्ने सीगे अकॉर्डिंग टू अगर आप एकनाथ शिंदे जी की गल मनीए तो वह कह रहे कि साढ़े को 39 जोड़े MLA सीगे वो जोड़ा है मंडे को पता लगेगा क्योंकि मंडे को फ्लोर टेस्ट होना है। होया कि उन्होंने जोड़ा है वो काफ़ी जी है सरकार चेंज करने के भूमिका निभाई। सो तां करके ये जोड़ा एंटी डिफेक्शन लॉ है ये पिछले 10 दिनों तक न्यूज़पेपर की हैडलाइन बनया रहा कि उन्होंने जी मैंबरशिप है वो रद्द होएगी या नहीं होएगी। अकॉर्डिंग टू MLAs वो कहते कि असी किहड़ा पार्टी छड्डी है वी आर दी ओरिजिनल शिवसेना ठीक है। जो बाकी जो उद्धव ठाकरे जी है जो शिवसेना के प्रेजिडेंट है वो कह रही है कि असी जिहड़ा है ये
ਇਹ ਜਿਹੜੇ ਹੈ ਰੈਬਲ ਹੈਗੇ ਆ ਇਹਨਾਂ ਦੀ ਅਸੀਂ ਜਿਹੜੀ ਹੈ ਉਹ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਕਰਾਂਗੇ, ਰਾਈਟ। ਸੋ ਤਾਂ ਕਰਕੇ ਜਿਹੜਾ ਐਂਟੀ ਡਿਫੈਕਸ਼ਨ ਚੱਲਦਾ ਰਿਹਾ। ਸੋ ਐਂਟੀ ਡਿਫੈਕਸ਼ਨ ਜਿਹੜਾ ਹੈ ਉਹ ਇੰਡੀਆ ਦੇ ਕਿਹੜੇ ਸ਼ੈਡਿਊਲ ਦੇ ਵਿੱਚ, ਕਨਸਟੀਟਿਊਸ਼ਨ ਦੇ ਕਿਹੜੇ ਸ਼ੈਡਿਊਲ ਦੇ ਵਿੱਚ ਐਂਟੀ ਡਿਫੈਕਸ਼ਨ ਆਉਂਦਾ ਹੈ, ਇਹ ਜਿਹੜਾ ਹੈ ਕੁਐਸਚਨ ਆਪਣੇ ਤੋਂ ਪੁੱਛਿਆ ਗਿਆ ਹੈ। ਤੇ ਰਾਈਟ ਆਨਸਰ ਇਜ਼ ਸ਼ੈਡਿਊਲ ਨੰਬਰ 10th, 10ਵੇਂ ਸ਼ੈਡਿਊਲ ਦੇ ਵਿੱਚ। ਓਰੀਜਨਲੀ ਕਨਸਟੀਟਿਊਸ਼ਨ ਜਦੋਂ ਲਿਖਿਆ ਗਿਆ ਸੀਗਾ 8 ਸ਼ੈਡਿਊਲ ਸੀਗੇ, ਬਟ ਉਸ ਤੋਂ ਬਾਅਦ 9th 10th 11th 12th ਜਿਹੜਾ ਹੈ ਉਹ ਐਡ ਕੀਤਾ ਗਿਆ। ਅਗਰ ਆਪਾਂ ਇਸ ਸ਼ੈਡਿਊਲ ਦੀ ਗੱਲ ਕਰੀਏ ਤਾਂ ਇਹ 1985 ਦੇ ਵਿੱਚ 1985 ਦੇ ਵਿੱਚ ਕਾਨੂੰਨ ਜਿਹੜਾ ਹੈ ਲੈ ਕੇ ਆਂਦਾ ਗਿਆ ਸੀਗਾ। ਸੋ 1985 ਦੇ ਵਿੱਚ 52nd ਅਮੈਂਡਮੈਂਟ ਜਿਹੜੀ ਹੈ ਕੀਤੀ ਗਈ। ਉਹਦੇ 'ਚ ਇਹ ਕਿਹਾ ਗਿਆ ਕਿ ਅਗਰ ਇਸ ਤਰ੍ਹਾਂ ਕੋਈ ਬੰਦਾ ਪਾਰਟੀ ਚੇਂਜ ਕਰੇਗਾ ਤਾਂ ਉਹਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਏਗੀ until and unless ਪਾਰਟੀ ਦੇ 1/3 1/3 ਜਿਹੜੇ ਮੈਂਬਰਸ ਹੈਗੇ ਆ 1/3 ਮੈਂਬਰ ਅਗਰ ਪਾਰਟੀ ਨੂੰ ਅਗਰ ਦੂਸਰੀ ਪਾਰਟੀ ਜਾਂਦੇ ਹੈ ਫਿਰ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਏਗੀ। ਇੱਥੇ ਹੁਣ ਕਈ ਜਣੇ ਕਹਿਣਗੇ ਵੀ ਨਹੀਂ ਸਰ 2/3 ਹੈ ਜੀ, ਅਸੀਂ 2/3 ਪੜ੍ਹਿਆ। ਤਾਂ ਬਿਲਕੁਲ ਤੁਸੀਂ 2/3 ਪੜ੍ਹਿਆ। ਹੋਇਆ ਕੀ ਸੀਗਾ, ਜਦੋਂ 1985 ਦੇ ਵਿੱਚ ਆ ਚੀਜ਼ ਹੋਈ ਸੀ ਉਦੋਂ 1/3 ਮੈਂਬਰ ਸੀਗੇ, ਬਟ ਉਸ ਤੋਂ ਬਾਅਦ 2003 ਦੇ ਵਿੱਚ ਫਿਰ ਇਸ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਤੇ ਉਦੋਂ ਕਿਹਾ ਗਿਆ ਕਿ ਇਹ 1/3 ਨਹੀਂ 2/3 ਜਿਹੜੇ ਮੈਂਬਰ ਹੈ ਉਹ ਉਸ ਚੀਜ਼ ਦੇ ਵਿੱਚ ਸਦੱਸਿਅਤਾ ਰੱਦ ਅਗਰ ਨਹੀਂ ਹੋਏਗੀ ਤਾਂ 2/3 ਮੈਂਬਰ ਅਗਰ ਦੂਸਰੀ ਪਾਰਟੀ ਜਾਂਦੇ ਹੈ ਤਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਨਹੀਂ ਹੋਏਗੀ। तो आंसर आएगा जी शेड्यूल नंबर 10। शेड्यूल 10 तो बाद अगर मैं इत्थे गल करा तो पॉलिटी का क्वेश्चन है कि थोनू सारे के सारे जिहड़े शेड्यूल है ना वो पता होने चाहिए है, ठीक है। आप अगली स्लाइड दे विच गल करते हैं थोड़ा जा, अगर मैं 1 मिनट, हाँ जी ठीक है। सो ताकि थोनू प्रॉपर तरीके नाल दिखे। अगर दोस्तों आप 12 के 12 शेड्यूल की गल करिए तो थोड़ा मैं थोनू आइडिया दे देना। वैसे थोनू आना चाहिए फर्स्ट शेड्यूल कॉन्स्टिट्यूशन का फर्स्ट शेड्यूल जिहड़ा है दैट इज लिस्ट ऑफ स्टेट्स एंड यूटी, ये फर्स्ट हैगा जी। सैकेंड किहड़ा है जिन्होंने पता है फटाफट कमेंट बॉक्स लिखते जाओ या आपदे कोलों नोट करते जाओ। सैकेंड शेड्यूल की कहता है, सैकेंड शेड्यूल है सैलरी नाल रिलेटेड, ठीक है जी। सैलरीज ऑफ प्रेसिडेंट, गवर्नर, चीफ जस्टिस ऑफ इंडिया, कंट्रोलर एंड ऑडिटर जनरल ऑफ इंडिया, जजिज ऑफ हाई कोर्ट एंड सुप्रीम कोर्ट, ये दिखाता है, ठीक है। मैं थोड़ा इत्थे लिख रहा बाकी बोल रहा। शेड्यूल नंबर 3 जिहड़ा है वो दिखाता है ओथ एंड अफर्मेशंस। सो तुहानू देखिया होएगा तुसी जदों भी कोई ओथ सैरेमनी हुंदी है तां चीफ मिनिस्टर दी होवे तां गवर्नर साहब करवा रहे हुंदे है, प्राइम मिनिस्टर या यूनियन मिनिस्टर्स दी होवे तां प्रेजिडेंट साहब करवा रहे हुंदे है या उन्हां दा कोई भी रिप्रेजेंटेटिव करवा रहा हुंदा है। तां एक ओथ दी ना एक सैरेमनी या एक ओथ दी ना एक प्रॉपर एक ढांचा बनिया होया है वो अपने शेड्यूल नंबर 3 च आंदा है। फिर आंदा जी शेड्यूल नंबर 4 भी बहुत इंपॉर्टेंट है। 4 दे विच है कि राज्य सभा दी सीट्स, एलोकेशन ऑफ सीट्स टू राज्य सभा सीट्स टू स्टेट्स, यानी कि किहड़ी स्टेट नूं किन्नियां राज्य सभा दी सीटां देनियां है। पंजाब दी किन्नियां राज्य सभा दी सीटां हैगियां, कमेंट बॉक्स में लिखो किन्नियां है राज्य सभा दी सीटां पंजाब दियां, ठीक है। फिर शेड्यूल नंबर 5, शेड्यूल नंबर 5 जिहड़ा है दोस्तों ये दिखाता है एडमिनिस्ट्रेशन एंड कंट्रोल ऑफ शेड्यूल्ड एरिया एंड ट्राइब, एडमिनिस्ट्रेशन एंड कंट्रोल ऑफ शेड्यूल्ड एरिया या एरिया तक ही कर लो, एडमिनिस्ट्रेशन एंड कंट्रोल ऑफ शेड्यूल्ड एरिया। फिर आता है शेड्यूल नंबर 6, ये बड़ा इंपॉर्टेंट है, जो शेड्यूल नंबर 6 है ना ये इंपॉर्टेंट है। ये दिखाता है दोस्तों प्रोविजंस हैगी है, कुछ स्पेशल प्रोविजंस हैगी है शेड्यूल्ड ट्राइब्स वास्ते, शेड्यूल्ड ट्राइब्स वास्ते ਜਿਹੜੇ कुछ प्रोविजनस हैगी है। हुण इन्हां शेड्यूल नंबर 6 ਦੇ ਵਿੱਚ ਕਿਹੜੀਆਂ-ਕਿਹੜੀਆਂ ਸਟੇਟਸ ਆਉਂਦੀਆਂ। ਕਾਫੀ ਵਾਰੀ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਕਿ ਸ਼ੈਡਿਊਲ ਨੰਬਰ 6 ਦੇ ਵਿੱਚ ਕਿਹੜੀਆਂ-ਕਿਹੜੀਆਂ ਸਟੇਟਸ ਆਉਂਦੀਆਂ। ਅੱਜ ਤੋਂ 6 ਮਹੀਨੇ ਪਹਿਲਾਂ ਦੀ ਇੱਕ ਨਿਊਜ਼ ਇਹ ਸੀਗੀ ਕਿ ਅਰੁਣਾਚਲ ਪ੍ਰਦੇਸ਼ ਨੇ ਆਪਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਮਤਾ ਪਾਸ ਕੀਤਾ ਸੀਗਾ ਕਿ ਸਾਨੂੰ ਦੁਬਾਰਾ ਤੋਂ ਸ਼ੈਡਿਊਲ 6 ਦੇ ਵਿੱਚ ਲੈ ਕੇ ਆਂਦਾ ਜਾਵੇ। ਕਿਸੇ ਟਾਈਮ ਤੇ ਅਰੁਣਾਚਲ ਪ੍ਰਦੇਸ਼ ਹੁੰਦਾ ਸੀਗਾ, ਇਸ ਟਾਈਮ ਨਹੀਂ ਹੈਗਾ ਅਰੁਣਾਚਲ ਪ੍ਰਦੇਸ਼। ਅਗਰ ਆਪਾਂ ਉੱਥੇ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਸਟੇਟਸ ਆਉਂਦੀਆਂ ਤੁਸੀਂ ਯਾਦ ਰੱਖਣਾ ਹੈ ਮਾਤਮ, MATM, ठीक है जी। ਕਿਹੜੀਆਂ स्टेट्स आंदी है मेघालय, M ते है मेघालय, A ते है असम, T ते है त्रिपुरा ते अगले M ते है मिजोरम। याद रखना इहदे विच मणिपुर नहीं हैगा। एग्जामिनर बहुत कंफ्यूज करते हैं कि जिहड़ा शेड्यूल नंबर 6 है उहदे विच किहड़ी स्टेट नहीं हैगी। तुहानूं मेघालय भी दे दिंदे हैं, तुहानूं मिजोरम भी दे दिंदे हैं, मणिपुर भी दे दिंदे हैं। मणिपुर नहीं हैगा, बाकी दे 2 M हैगे है। दोबारा दस देना मेघालय, असम, त्रिपुरा ते मिजोरम, ये 4 हैगे है शेड्यूल नंबर 6 दे विच।
ਅੱਗੇ ਆਪਾਂ ਚੱਲਦੇ ਹਾਂ ਸ਼ੈਡਿਊਲ ਨੰਬਰ 7। ਸ਼ੈਡਿਊਲ ਨੰਬਰ 7 ਜਿਹੜਾ ਦੋਸਤੋ ਹੈ ਉਹ ਹੈ ਪਾਵਰਸ ਦੀ ਐਲੋਕੇਸ਼ਨ ਕਰਦਾ ਹੈ, ਐਲੋਕੇਸ਼ਨ ਆਫ ਪਾਵਰਸ ਬਿਟਵੀਨ ਸੈਂਟਰ ਐਂਡ ਸਟੇਟ। ਬਹੁਤ ਇੰਪੋਰਟੈਂਟ ਹੈ, ਸੈਂਟਰ ਐਂਡ ਸਟੇਟ ਦੇ ਵਿੱਚ ਪਾਵਰ ਦੀ ਐਲੋਕੇਸ਼ਨ। ਫਿਰ ਆਉਂਦਾ ਜੀ ਸ਼ੈਡਿਊਲ ਨੰਬਰ 8th ਨੰਬਰ ਸ਼ੈਡਿਊਲ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ, ਇਹ ਹੈ ਲੈਂਗੁਏਜਿਸ ਦਾ। ਕਿੰਨੀਆਂ ਲੈਂਗੁਏਜਿਸ ਹੈਗੀਆਂ ਕਨਸਟੀਟਿਊਸ਼ਨ ਦੇ ਵਿੱਚ? 22 ਲੈਂਗੁਏਜਿਸ। ਠੀਕ ਹੈ ਜੀ, 8th ਹੋ ਗਿਆ। ਓਰੀਜਨਲੀ ਕਨਸਟੀਟਿਊਸ਼ਨ ਦੇ ਵਿੱਚ ਇੱਥੋਂ ਤੱਕ 8 ਜਿਹੜੇ ਹੈ ਉਹ ਸੀਗੇ, ਬਟ ਜਿਵੇਂ ਜਿਵੇਂ ਕਨਸਟੀਟਿਊਸ਼ਨ ਜਿਹੜਾ ਹੈ ਇੰਡੀਆ ਆਜ਼ਾਦ ਹੋਇਆ, ਉਸ ਵਾਰ ਸਰਕਾਰਾਂ ਬਣੀਆਂ, ਉਹਨਾਂ ਨੂੰ ਜਿਵੇਂ ਜਿਵੇਂ ਕੋਈ ਪ੍ਰੋਬਲਮ ਆਉਂਦੀ ਗਈ ਜਾਂ ਕਿਹੜੀ ਕਿਹੜੀ ਚੀਜ਼ਾਂ ਦੀ ਅਮੈਂਡਮੈਂਟ ਹੁੰਦੀ ਗਈ, ਉਸ ਹਿਸਾਬ ਨਾਲ ਜਿਹੜੇ ਸ਼ੈਡਿਊਲ ਹੈ ਉਹ ਐਡ ਕੀਤੇ ਗਏ। ਸਭ ਤੋਂ ਪਹਿਲੀ ਪ੍ਰੋਬਲਮ, ਇਹ ਮੈਂ ਤੁਹਾਨੂੰ ਪ੍ਰੋਬਲਮ ਕਿਉਂ ਕਹਿ ਰਿਹਾ, ਤਾਂ ਕਿ ਤੁਹਾਨੂੰ ਉਸੇ ਤਰੀਕੇ ਨਾਲ ਯਾਦ ਰਹੇਗਾ। ਠੀਕ ਹੈ, ਤੁਸੀਂ ਕਦੇ ਭੁੱਲੋਗੇ ਨਹੀਂ। ਸਭ ਤੋਂ ਪਹਿਲਾਂ ਪ੍ਰੋਬਲਮ ਆਈ ਲੈਂਡ ਨੂੰ ਲੈ ਕੇ। ਠੀਕ ਹੈ, ਕਿਉਂਕਿ ਜਿਹੜੇ ਲੈਂਡ ਜਿਹੜਾ ਸੀਗਾ ਉਹ ਅਗਰ ਡਿਵੈਲਪਮੈਂਟ ਕਰਨੀ ਹੈ ਤਾਂ ਕੁਝ ਲੈਂਡ ਦੀ ਐਕੁਜੀਸ਼ਨ ਜ਼ਰੂਰੀ ਸੀਗੀ, ਉਹ ਹੋ ਨਹੀਂ ਪਾ ਰਹੀ ਸੀਗੀ, ਤਾਂ ਜਿਹੜਾ ਹੈ ਉਹ ਕੀਤਾ ਗਿਆ। ਰੇਲਵੇ ਨਾਲ ਰਿਲੇਟਿਡ ਇਹ ਚੀਜ਼ਾਂ ਸੀਗੀਆਂ, ਉਹ ਸੀਗੀਆਂ ਫਸਟ ਹੈ ਲੈਂਡ ਟੈਨਿਓਰ, 9th ਸੀਗਾ ਲੈਂਡ ਟੈਨਿਓਰ, ਲੈਂਡ ਟੈਕਸ, ਠੀਕ ਹੈ, ਐਕਸੈਟਰਾ। ਆ ਸਾਰਾ ਕੁਝ ਜਿਹੜਾ ਹੈ ਇਹਦੇ ਨਾਲ ਰਿਲੇਟਿਡ ਸੀ। ਫਿਰ ਆਇਆ ਜੀ ਸ਼ੈਡਿਊਲ ਨੰਬਰ 10th। ਸ਼ੈਡਿਊਲ ਨੰਬਰ 10th ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਰਿਲੇਟ ਕਰਦਾ ਹੈ ਐਂਟੀ ਡਿਫੈਕਸ਼ਨ ਨਾਲ। ਜਿਹੜਾ ਆਪਣਾ ਕੁਐਸਚਨ ਸੀਗਾ ਜਿਹਨੂੰ ਆਪਾਂ ਕਾਫੀ ਲੰਬਾ ਲੈ ਗਏ, ਇਹ ਹੈ ਐਂਟੀ ਡਿਫੈਕਸ਼ਨ। ਸ਼ੈਡਿਊਲ ਨੰਬਰ 11 ਤੇ 12 ਇੱਕ ਦੂਜੇ ਨਾਲ ਰਿਲੇਟਿਡ ਹੈਗੇ ਹੈ। ਠੀਕ ਹੈ, ਕਿਵੇਂ ਰਿਲੇਟਿਡ ਹੈ? 11th ਹੈਗਾ ਪੰਚਾਇਤ ਨਾਲ ਰਿਲੇਟਿਡ, ਇਹ ਲੋਕਲ ਬੋਡੀਜ਼ ਦੇ ਹੈਗੇ ਹੈ ਪੰਚਾਇਤ, ਤੇ ਇਹ ਹੈਗਾ ਮਿਊਨਿਸਿਪਲ ਕਾਰਪੋਰੇਸ਼ਨ MC। ਇਹ ਹੈਗੇ ਆਪਣੇ 12 ਦੇ 12 ਸ਼ੈਡਿਊਲ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। ਕੁਐਸਚਨ ਨੰਬਰ 4, ਜਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ PPSC ਦੇ ਐਗਜ਼ਾਮ 'ਚ ਮਿਲਦੇ ਆ, ਆਪਾਂ ਉਸ ਤਰ੍ਹਾਂ ਦਾ ਕੁਐਸਚਨ ਦੇਖਦੇ ਹਾਂ। ਸੋ ਕੁਐਸਚਨ ਪੁੱਛਿਆ ਜਾ ਰਿਹਾ ਜੀ, consider the following statements regarding the concept of stagflation। ਇਕਨੋਮਿਕ ਇਸ਼ੂਜ਼ ਦਾ ਇਹ ਕੁਐਸਚਨ ਹੈ ਕਿ stagflation ਨਾਲ ਰਿਲੇਟ ਕਰਦੀਆਂ ਕੁਝ ਸਟੇਟਮੈਂਟਸ ਦਿੱਤੀਆਂ ਗਈਆਂ। ਫਸਟ ਹੈ ਇਕਨੋਮਿਕ ਗਰੋਥ ਰਿਡਿਊਸਿਸ, ਸੈਕੰਡ ਹੈ ਇਨਫਲੇਸ਼ਨ ਰਾਈਜ਼ਿਸ, ਥਰਡ ਹੈ unemployment rises। which of the above statements are related to this concept? so stagflation ਨਾਲ ਇਹਨਾਂ ਚੋਂ ਕਿਹੜੇ ਕਿਹੜੇ ਜਿਹੜੇ ਸਟੇਟਮੈਂਟ ਹੈ ਉਹ ਰਿਲੇਟ ਕਰਦੀਆਂ? 1 and 2, 2 and 3, 1 and 3 ਜਾਂ all of the above? ਦੱਸੋ ਜੀ, ਸ਼ਾਬਾਸ਼। stagflation ਜਿਹੜੀ ਹੈ ਉਹ ਉਹਦੇ ਨਾਲ ਕਿਹੜੀਆਂ ਕਿਹੜੀਆਂ ਟਰਮਸ ਰਿਲੇਟ ਕਰਦੀਆਂ? ਇਕਨੋਮਿਕ ਗਰੋਥ ਦਾ ਗਿਰਨਾ, ਇਨਫਲੇਸ਼ਨ ਦਾ ਮਹਿੰਗਾਈ ਦਾ ਵਧਣਾ, ਅਨਐਮਪਲੋਇਮੈਂਟ ਬੇਰੋਜ਼ਗਾਰੀ ਦਾ ਵੀ ਵਧਣਾ। ਸੋ ਕਿਹੜੀ ਕਿਹੜੀ ਸਟੇਟਮੈਂਟ? ਪਹਿਲੀ, ਦੂਜੀ, ਦੂਸਰੀ, ਤੀਸਰੀ, ਪਹਿਲੀ ਜਾਂ ਤੀਸਰੀ ਜਾਂ all of the above? the right answer to this question is all of the above। ਦੇਖੋ stagflation ਦਾ ਮਤਲਬ ਹੀ ਇਹੀ ਹੁੰਦਾ ਹੈ। stagflation ਇੱਕ ਉਹ ਸਥਿਤੀ ਹੈ ਕਿਸੇ ਵੀ ਇਕਨੋਮਿਕਸ ਦੀ, ਕਿਸੇ ਵੀ ਕੰਟਰੀ ਦੀ, ਜਿਸ ਦੇ ਵਿੱਚ ਜਿਹੜੀ ਦੇਖੋ ਜਦੋਂ ਵੀ ਇਕਨੋਮਿਕ ਗਰੋਥ ਹੁੰਦੀ ਹੈ ਕਿਸੇ ਕੰਟਰੀ ਦੀ ਤਾਂ ਥੋੜੀ ਬਹੁਤ ਮਹਿੰਗਾਈ ਵੱਧਦੀ ਹੈ, ਬਟ ਅਗਰ ਇਕਨੋਮਿਕ ਗਰੋਥ ਨਾ ਹੋ ਰਹੀ ਹੋਵੇ, ਮਹਿੰਗਾਈ ਫੇਰ ਵੀ ਵੱਧ ਰਹੀ ਹੋਵੇ ਤੇ ਉਸ ਦੇ ਨਾਲ ਨਾਲ ਅਨਐਮਪਲੋਇਮੈਂਟ ਵੀ, ਬੇਰੋਜ਼ਗਾਰੀ ਦਰ ਵੀ ਵੱਧ ਰਹੀ ਹੋਵੇ, ਤਾਂ ਉਸ ਚੀਜ਼ ਨੂੰ ਕਹਿੰਦੇ ਆ ਸਟੈਗਫਲੇਸ਼ਨ। ਇੰਡੀਆ ਦੇ ਹੀ ਡਿਪਾਰਟਮੈਂਟ ਨੇ ਇਹ ਗੱਲ ਕਹੀ ਹੈ ਕਿ ਇੰਡੀਅਨ ਇਕਨੋਮੀ ਵਰਲਡ ਦੇ ਨਾਲ ਨਾਲ ਹੀ, ਵਰਲਡ ਦੀ ਇਕਨੋਮੀ ਵੀ ਉਸ ਤਰੀਕੇ ਨਾਲ ਹੀ ਚੱਲ ਰਹੀ ਹੈ, ਬਟ ਕਿਤੇ ਨਾ ਕਿਤੇ ਡਿਊਲ ਕਨਸੈਪਟ ਇੰਡੀਆ ਦੇ ਵਿੱਚ ਵੀ ਇਹ ਚੀਜ਼ ਆ ਰਹੀ ਹੈ। ਠੀਕ ਹੈ, ਸੋ ਆਹ ਚੀਜ਼ ਹੁੰਦੀ ਹੈ ਜੀ, ਹਾਂਜੀ। ਸੋ ਇਹ ਚੀਜ਼ ਹੁੰਦੀ ਹੈ ਵਟ ਕੋਜ਼ਿਸ ਸਟੈਗਫਲੇਸ਼ਨ। ਸਟੈਗਫਲੇਸ਼ਨ ਤਿੰਨ ਚੀਜ਼ਾਂ ਨਾਲ ਹੁੰਦੀ ਹੈ। ਇਕਨੋਮਿਕ ਗਰੋਥ ਜਿਹੜੀ ਹੈ ਉਹ ਸਲੋ ਹੋ ਜਾਂਦੀ ਹੈ, ਜਿਹੜੀ ਆਪਣੀ ਪਹਿਲੀ ਸਟੇਟਮੈਂਟ ਸੀ, ਇਕਨੋਮਿਕ ਗਰੋਥ ਘਟ ਜਾਂਦੀ ਹੈ, ਸਲੋ ਹੋ ਜਾਂਦੀ ਹੈ, ਇਨਫਲੇਸ਼ਨ ਵੱਧ ਜਾਂਦੀ ਹੈ, ਤੇ ਅਨਐਮਪਲੋਇਮੈਂਟ ਵੀ ਜਿਹੜੀ ਹੈ ਉਹ ਵੀ ਇਨਕਰੀਜ਼ ਹੋ ਜਾਂਦੀ ਹੈ। ਓਕੇ ਹੈ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਕੁਐਸਚਨ ਨੰਬਰ 5, which of the following country is not among the members of G7 countries? A United Kingdom, B Turkey, C Germany ਜਾਂ D Italy? ਹੇਠ ਲਿਖੀਆਂ ਚੋਂ ਕਿਹੜੀ ਕੰਟਰੀ ਹੈ ਜੋ G7 ਦੀ ਮੈਂਬਰ ਨਹੀਂ ਹੈਗੀ? G7 ਦੀ ਮੈਂਬਰ ਨਹੀਂ ਹੈਗੀ। ਕਿਉਂ ਕੁਐਸਚਨ ਬਣਿਆ ਉਸ ਬਾਰੇ ਵੀ ਗੱਲ ਕਰਾਂਗੇ, ਬਟ ਪਹਿਲਾਂ ਦੱਸੋ ਕਿ G7 ਜਿਹੜੀਆਂ ਕੰਟਰੀਜ਼ ਹੈ ਉਹਨਾਂ ਚੋਂ ਇਹ ਚਾਰ ਜਿਹੜੀਆਂ ਕੰਟਰੀਜ਼ ਚੋਂ ਕਿਹੜੀ ਕੰਟਰੀ G7 ਦੀ ਮੈਂਬਰ ਨਹੀਂ ਹੈਗੀ? ਦੀ ਰਾਈਟ ਆਂਸਰ ਇਜ਼ ਟਰਕੀ। ਟਰਕੀ ਨਹੀਂ ਹੈ, ਯੂਨਾਈਟਿਡ ਕਿੰਗਡਮ ਹੈ, ਜਰਮਨੀ ਹੈ, ਇਟਲੀ ਹੈ, ਠੀਕ ਹੈ, ਉਸ ਤੋਂ ਬਾਅਦ US ਵੀ ਹੈ, ਕੈਨੇਡਾ ਵੀ ਹੈਗਾ। ਆ ਦੇਖਦੇ ਹਾਂ ਆਪਾਂ, ਇਹ ਹੈ G7 ਦੇ ਮੈਂਬਰ ਦੋਸਤੋ, ਕੈਨੇਡਾ, US, then ਯੂਨਾਈਟਿਡ ਕਿੰਗਡਮ, ਫਰਾਂਸ, ਜਰਮਨੀ, ਇਟਲੀ, ਇਹ ਤਿੰਨ ਹੋ ਗਏ, ਤੇ ਇਹ ਚਾਰ ਹੋ ਗਏ ਯਾਨੀ ਕਿ ਯੂਰਪ ਦੇ, UK, ਜਰਮਨੀ, ਫਰਾਂਸ, ਇਟਲੀ, ਤੇ US ਤੇ ਕੈਨੇਡਾ ਹੋ ਗਏ ਅਮਰੀਕਨ ਕੰਟੀਨੈਂਟ ਦੇ, ਤੇ
ਏਸ਼ੀਆ ਚੋਂ ਸਿਰਫ ਇੱਕੋ ਹੈ, ਦੈਟ ਇਜ਼ ਜਾਪਾਨ। ਇਹ ਦੁਨੀਆ ਦੇ ਸਭ ਤੋਂ ਅਮੀਰ ਨੇਸ਼ਨ 7 ਨੇ ਆਪ ਦਾ ਜਿਹੜਾ ਹੈ ਇੱਕ ਗਰੁੱਪ ਬਣਾਇਆ ਹੋਇਆ ਹੈ। ਕਿਸੇ ਟਾਈਮ ਤੇ G8 ਹੁੰਦੇ ਸੀਗੇ, ਰਸ਼ੀਆ ਹੁੰਦਾ ਸੀ ਇਹਨਾਂ ਦੇ ਨਾਲ, ਬਟ 2014 ਦੇ ਵਿੱਚ ਜਦੋਂ ਰਸ਼ੀਆ ਨੇ ਯੂਕਰੇਨ ਦਾ ਇੱਕ ਏਰੀਆ ਸੀਗਾ ਕ੍ਰੀਮੀਆ, ਜਦੋਂ ਉਹਨੂੰ ਅਨੈਕਸ ਕੀਤਾ ਤਾਂ ਇਹਨਾਂ ਨੇ ਆਪ ਦਾ ਗਰੁੱਪ ਅਲੱਗ ਬਣਾ ਲਿਆ, ਰਸ਼ੀਆ ਨੂੰ ਉਹਦੇ ਚੋਂ ਅਲੱਗ ਕਰਤਾ ਤਾਂ G7। ਉਸ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਹੈ G20। G20 ਦੇ ਵਿੱਚ ਆ 7 ਪਲੱਸ ਰਸ਼ੀਆ ਤੇ 12 ਜਿਹੜੀਆਂ ਹੋਰ ਨੇਸ਼ਨ ਹੈ ਜਿਨ੍ਹਾਂ ਚੋਂ ਇੰਡੀਆ ਵੀ ਮੈਂਬਰ ਹੈ, ਉਹ G20 ਵੀ ਇੰਪੋਰਟੈਂਟ ਹੈ। ਠੀਕ ਹੈ ਜੀ, ਚਲ ਅੱਗੇ ਚਲਦੇ ਹਾਂ ਜੀ। ਨੈਕਸਟ ਕੁਐਸਚਨ G20 ਦਾ ਹੀ ਆ ਗਿਆ। ਐਜ਼ ਪਰ ਰੀਸੈਂਟ ਡਿਸੀਜਨ which of the following country will chair and host the meeting of G20 in the year 2024? ਹਾਲ ਹੀ ਦੇ ਵਿੱਚ ਲਿੱਤੇ ਗਏ ਇੱਕ ਡਿਸੀਜਨ ਦੇ ਮੁਤਾਬਿਕ G20 ਦੀ 2024 ਦੀ ਮੀਟਿੰਗ ਨੂੰ ਜਾਂ 2024 ਦੇ ਵਿੱਚ G20 ਨੂੰ ਕੌਣ ਚੇਅਰ ਕਰੇਗਾ ਤੇ ਕਿੱਥੇ ਉਹ ਜਿਹੜੀ ਮੀਟਿੰਗ ਹੈ ਉਹ ਹੋਏਗੀ? A ਇਟਲੀ, B ਇੰਡੋਨੇਸ਼ੀਆ, C ਇੰਡੀਆ ਜਾਂ D ਬ੍ਰਾਜ਼ੀਲ। 2024 ਦੀ ਆਪਾਂ ਗੱਲ ਕਰ ਰਹੇ ਹਾਂ। ਰੀਸੈਂਟ ਦੇ ਵਿੱਚ G20 ਨੇ ਡਿਸਾਈਡ ਕੀਤਾ ਹੈ ਕਿ 2024 ਦੀ ਜਿਹੜੀ ਇਹ ਬੈਠਕ ਹੈਗੀ ਹੈ ਇਹ ਕਿਹੜੇ ਦੇਸ਼ ਦੇ ਵਿੱਚ ਹੋਏਗੀ? ਇਟਲੀ, ਇੰਡੋਨੇਸ਼ੀਆ, ਇੰਡੀਆ ਜਾਂ ਬ੍ਰਾਜ਼ੀਲ। The right answer is ਆਪਸ਼ਨ ਨੰਬਰ D, that is ਬ੍ਰਾਜ਼ੀਲ। ਅਗਰ ਆਪਾਂ ਦੇਖੀਏ ਦੋਸਤੋ, G20 20 ਦੇਸ਼ਾਂ ਦਾ ਇੱਕ ਸਮੂਹ ਹੈਗਾ ਜਿੱਦਾਂ ਕੋਈ ਪਰਮਾਨੈਂਟ ਸੈਕਟਰੀਏਟ ਜਾਂ ਪਰਮਾਨੈਂਟ ਹੈੱਡਕੁਆਟਰ ਨਹੀਂ ਹੈਗਾ। 1999 ਦੇ ਵਿੱਚ ਇਹ ਬਣਿਆ ਸੀਗਾ। ਉਦੋਂ ਤੋਂ ਹੀ ਹਰ ਸਾਲ ਜਿਹੜਾ ਹੈ ਉਹ ਇੱਕ ਨਵੀਂ ਕੰਟਰੀ ਜਿਹੜੀ ਹੈ ਉਹ ਚੇਅਰ ਕਰਦੀ ਹੈ ਤੇ ਉਸੇ ਕੰਟਰੀ ਦੇ ਵਿੱਚ ਹੀ ਜਿਹੜੀਆਂ ਮੀਟਿੰਗਸ ਹੈ ਉਹ ਹੁੰਦੀਆਂ। ਅਗਰ ਆਪਾਂ ਗੱਲ ਕਰੀਏ 2021 ਦੀ ਤਾਂ ਇਟਲੀ ਦੇ ਵਿੱਚ ਹੋਏ। ਅਗਰ ਆਪਾਂ 2022 ਕਰੰਟ ਈਅਰ ਦੀ ਗੱਲ ਕਰੀਏ, ਨਵੰਬਰ ਦੇ ਵਿੱਚ ਇਹ ਫਾਈਨਲ ਕਾਨਫਰੰਸ ਹੋਏਗੀ ਇੰਡੋਨੇਸ਼ੀਆ, ਬਾਲੀ ਇੰਡੋਨੇਸ਼ੀਆ ਦੇ ਵਿੱਚ। 2023 ਦੇ ਵਿੱਚ ਇੰਡੀਆ ਮੈਂਬਰ ਹੋਏਗਾ, ਇੰਡੀਆ ਜਿਹੜਾ ਹੈ ਚੇਅਰ ਕਰੇਗਾ, ਐਂਡ 2024 ਦੇ ਵਿੱਚ ਕਰੇਗਾ ਬ੍ਰਾਜ਼ੀਲ। ਓਕੇ ਹੈ ਜੀ, ਚਲੋ ਅੱਗੇ ਗੱਲ ਕਰਦੇ ਹਾਂ। ਕੁਐਸਚਨ ਨੰਬਰ 7, ਇਨ ਵਿਚ ਆਫ ਦੀ ਫੋਲੋਇੰਗ ਕੰਟਰੀ Union Minister of India Piyush Goyal has recently inaugurated Mango Festival? A Belgium, B UAE, C Kenya ਜਾਂ D none of these। ਯੂਨੀਅਨ ਮਿਨਿਸਟਰ ਆਫ ਇੰਡੀਆ ਪੀਯੂਸ਼ ਗੋਇਲ ਜਿਹੜੇ ਆਪਣੇ ਕਾਮਰਸ ਦੇ ਮਿਨਿਸਟਰ ਹੈ, ਉਹਨਾਂ ਨੇ ਰੀਸੈਂਟ ਦੇ ਵਿੱਚ ਕਿਹੜੀ ਕੰਟਰੀ ਦੇ ਵਿੱਚ ਮੈਂਗੋ ਫੈਸਟੀਵਲ, ਸਪੈਸ਼ਲੀ ਇੰਡੀਅਨ ਮੈਂਗੋ ਫੈਸਟੀਵਲ ਜਿਹੜਾ ਹੈ ਉਹਦਾ ਉਦਘਾਟਨ ਕੀਤਾ, ਉਹਦੀ ਇਨੋਗ੍ਰੇਸ਼ਨ ਕੀਤੀ। ਕੰਟਰੀ ਕਿਹੜੀ ਹੈ? ਬੈਲਜੀਅਮ, UAE, ਕੇਨੀਆ ਜਾਂ ਇਹਨਾਂ ਚੋਂ ਕੋਈ ਵੀ ਨਹੀਂ, ਕੋਈ ਹੋਰ ਕੰਟਰੀ ਹੈ। ਦੀ ਰਾਈਟ ਆਂਸਰ ਟੂ ਦਿਸ ਕੁਐਸਚਨ ਇਜ਼ ਬੈਲਜੀਅਮ। ਇਹਦੇ ਬਾਰੇ ਥੋੜੀ ਜਿਹੀ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਕਿ ਕਿਸ ਤਰੀਕੇ ਨਾਲ ਇਹਦਾ ਜਿਹੜੀ ਨਿਊਜ਼ ਹੈ ਉਹ ਨਿਊਜ਼ਪੇਪਰਸ ਨੇ ਕਵਰ ਕੀਤੀ ਸੀਗੀ। ਸੋ ਦਾ ਮਿੰਟ ਦੀ ਨਿਊਜ਼ ਹੈ, ਪੀਯੂਸ਼ ਗੋਇਲ ਇਨੋਗ੍ਰੇਟਸ ਮੈਂਗੋ ਫੈਸਟੀਵਲ ਇਨ ਬੈਲਜੀਅਮ ਟੂ ਕ੍ਰੀਏਟ ਅਵੇਅਰਨੈਸ ਫॉर ਇੰਡੀਅਨ ਮੈਂਗੋਜ਼ ਇਨ ਯੂਰੋਪ। ਠੀਕ ਹੈ, ਸੋ ਇਹ ਜਿਹੜੀ ਨਿਊਜ਼ ਹੈ ਤਾਂ ਕਰਕੇ ਇਸ ਤਰ੍ਹਾਂ ਦਾ ਜਿਹੜਾ ਕੁਐਸਚਨ ਹੈ ਉਹ ਬਣਿਆ। ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 8 ਦੇ ਵੱਲ। Who of the following has recently been appointed as the new head of National Investigation Agency, that is NIA? NIA ਰੀਸੈਂਟ ਦੇ ਵਿੱਚ ਕਾਫੀ ਨਿਊਜ਼ ਦੇ ਵਿੱਚ ਰਹੀ, ਫਿਰ ਚਾਹੇ ਉਹ ਉਦੈਪੁਰ ਦੀ ਘਟਨਾ ਹੋਵੇ ਜਿੱਥੇ ਕਨਈਆ ਲਾਲ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਹੱਤਿਆ ਕੀਤੀ ਗਈ, ਜਾਂ ਫਿਰ ਜਿਹੜਾ ਹੈ ਰੀਸੈਂਟ ਦੇ ਵਿੱਚ ਅਮਰਾਵਤੀ ਮਹਾਰਾਸ਼ਟਰ ਦੀ ਘਟਨਾ ਹੋਵੇ। ਸੋ ਦੋਨੋਂ ਜਿਹੜੀਆਂ ਜਾਂਚ ਹੈ ਉਹ NIA ਨੂੰ ਦਿੱਤੀਆਂ ਗਈਆਂ। NIA ਦਾ ਰੀਸੈਂਟ ਦੇ ਵਿੱਚ ਨਵੇਂ ਹੈੱਡ ਵੀ ਅਪਾਇੰਟ ਕੀਤੇ ਗਏ ਹੈ, ਉਹਨਾਂ ਦਾ ਕੀ ਨਾਮ ਹੈ? A ਦਿਨਕਰ ਗੁਪਤਾ, B SS ਮੁੰਦਰਾ, C V ਕ੍ਰਿਸ਼ਨਾ ਮੂਰਤੀ ਜਾਂ D none of these। ਦਿਨਕਰ ਗੁਪਤਾ ਜੀ ਨੂੰ ਬਣਾਇਆ ਗਿਆ ਹੈ, SS ਮੁੰਦਰਾ ਜੀ ਨੂੰ ਬਣਾਇਆ ਗਿਆ ਹੈ, V ਕ੍ਰਿਸ਼ਨਾ ਮੂਰਤੀ ਜੀ ਨੂੰ ਬਣਾਇਆ ਗਿਆ ਹੈ ਜਾਂ ਇਹਨਾਂ ਚੋਂ ਕੋਈ ਵੀ ਨਹੀਂ ਹੈ। ਦੀ ਰਾਈਟ ਆਂਸਰ ਇਜ਼ ਦਿਨਕਰ ਗੁਪਤਾ। ਦਿਨਕਰ ਗੁਪਤਾ ਜਿਹੜੇ ਕਿਸੇ ਟਾਈਮ ਤੇ ਪੰਜਾਬ ਦੇ DGP ਹੁੰਦੇ ਸੀਗੇ, ਸੋ ਉਹਨਾਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਹੈੱਡ ਜਿਹੜਾ ਹੈ ਉਹ ਬਣਾਇਆ ਗਿਆ ਹੈ। SS ਮੁੰਦਰਾ ਜੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਚੇਅਰਪਰਸਨ ਬਣਾਇਆ ਗਿਆ ਦੋਸਤੋ ਬੰਬੇ ਸਟਾਕ ਐਕਸਚੇਂਜ ਦਾ, ਸੇਬੀ ਨੇ ਰੀਸੈਂਟ ਦੇ ਵਿੱਚ ਹੀ ਅਪਰੂਵਲ ਦਿੱਤੀ ਹੈ। V ਕ੍ਰਿਸ਼ਨਾ ਮੂਰਤੀ ਜੀ ਦੀ ਗੱਲ ਕਰੀਏ ਤਾਂ ਇਹ ਕਿਸੇ ਟਾਈਮ ਤੇ BHEL ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਦੇ ਇਹ ਜਿਹੜੇ ਹੈ ਇਹ ਹੈੱਡ ਹੁੰਦੇ ਸੀਗੇ, ਬਸ ਰੀਸੈਂਟ ਦੇ ਵਿੱਚ ਇਹਨਾਂ ਦਾ ਜਿਹੜਾ ਹੈ ਉਹ ਦੇਹਾਂਤ ਹੋਇਆ, ਇਹਨਾਂ ਦੀ ਰੀਸੈਂਟ ਦੇ ਵਿੱਚ ਡੈਥ ਹੋਈ ਹੈ, V ਕ੍ਰਿਸ਼ਨਾ ਮੂਰਤੀ। ਅਗਰ ਆਪਾਂ NIA ਦੀ ਗੱਲ ਕਰੀਏ ਦੋਸਤੋ ਤਾਂ NIA 2009 ਦੇ ਵਿੱਚ ਬਣੀ ਸੀ। NIA ਐਕਟ ਆਇਆ ਸੀ 31 ਦਸੰਬਰ 2008 ਨੂੰ। ਮੁੰਬਈ ਹਮਲਿਆਂ ਦਾ ਤੁਹਾਨੂੰ ਯਾਦ ਹੋਏਗਾ, ਤਾਜ ਹੋਟਲ ਦੇ ਵਿੱਚ ਤੇ ਮੁੰਬਈ ਦੇ ਵਿੱਚ ਜਿਹੜੇ ਹਮਲੇ ਹੋਏ ਸੀ, ਉਸ ਤੋਂ ਬਾਅਦ ਜਿਹੜਾ ਕ੍ਰੋਸ ਬਾਰਡਰ ਟੈਰਰਿਜ਼ਮ ਹੁੰਦਾ ਹੈ ਉਸ ਨੂੰ ਜਾਂਚ ਕਰਨ ਵਾਸਤੇ ਇੱਕ ਨਵੀਂ ਏਜੰਸੀ ਬਣਾਈ ਗਈ ਸੀ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 2009 ਦੇ ਵਿੱਚ ਅੰਡਰ ਮਿਨਿਸਟਰੀ ਆਫ ਹੋਮ ਅਫੇਅਰ। ਤੇ ਇਹਨਾਂ ਦੇ ਜਿਹੜੇ ਕਰੰਟ ਹੈੱਡ ਹੈ ਉਹ ਬਣਾਏ ਗਏ ਹੈ ਦਿਨਕਰ ਗੁਪਤਾ। ਅਗਲੇ ਕੁਐਸਚਨ ਤੇ ਚੱਲਦੇ ਆ। ਕੁਐਸਚਨ ਨੰਬਰ 9, which state cricket team has wrote history by winning the Ranji Trophy for the first time?
ਕਿਹੜੀ ਜਿਹੜੀ ਸਟੇਟ ਹੈ ਜਿਹਦੀ ਕ੍ਰਿਕਟ ਟੀਮ ਨੇ ਹਿਸਟਰੀ ਕ੍ਰੀਏਟ ਕੀਤੀ ਹੈ ਰਣਜੀ ਟਰॉफी ਨੂੰ ਜਿੱਤ ਕੇ ਪਹਿਲੀ ਵਾਰੀ? ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਜਾਂ ਝਾਰਖੰਡ? ਕਿਹਨਾਂ ਨੇ ਜਿੱਤੀ ਹੈ ਜੀ ਰਣਜੀ ਟਰॉफी? ਫਸਟ ਟਾਈਮ, ਪਹਿਲੀ ਵਾਰੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਇਹ ਸਟੇਟ ਨੇ ਰਣਜੀ ਟਰॉफी ਜਿੱਤੀ ਹੈ। ਸਟੇਟ ਹੈ ਮੱਧ ਪ੍ਰਦੇਸ਼। ਸੋ ਰਣਜੀ ਟਰॉफी ਦੀ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਆ ਮੱਧ ਪ੍ਰਦੇਸ਼ ਦੀ ਟੀਮ ਹੈ। ਸੋ ਰਣਜੀ ਟਰॉफी ਦੀ ਅਗਰ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਇੱਥੇ 38 ਟੀਮਾਂ ਕਰੰਟ ਦੇ ਵਿੱਚ ਖੇਲਦੀਆਂ, ਠੀਕ ਹੈ। ਐਂਡ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਜਿਹੜਾ ਨਾਮ ਹੈ ਰਣਜੀ ਟਰॉफी, ਇਹ ਰਣਜੀਤ ਸਿੰਘ ਇੱਕ ਕ੍ਰਿਕਟਰ ਹੁੰਦੇ ਸੀਗੇ। ਦੀ ਕੰਪੀਟੀਸ਼ਨ ਇਜ਼ ਨੇਮਡ ਆਫਟਰ ਦੀ फर्स्ट इंडियन क्रिकेटर हु प्लेड इंटरनेशनल क्रिकेट रंजीत सिंह, जिन्हां नूं रंजी किया जांदा सीगा। तां करके जिहड़ा पहला मैच है वो 1934 दे विच होया सीगा मद्रास ते मैसूर दे विचकार। ओके है, तो हुण तक दी अगर आपां इस किसी टीम की गल करिए जिन्हें सब तो ज़्यादा वारी रणजी ट्रॉफी जीती है तो वो टीम हैगी है दोस्तों मुंबई। उसे नूं हरा के जिहड़ा है 6 विकटां तो हरा के इन्हां ने मध्य प्रदेश ने रणजी ट्रॉफी जीती है। क्वेश्चन नंबर 10 है रुमेली धर। रुमेली धर हु वाज इन न्यूज रिसेंटली इज एन इंडियन प्लेयर रिलेटेड टू विच स्पोर्ट? रुमेली धर रिसेंट ਦੇ ਵਿੱਚ ਨਿਊਜ਼ ਦੇ ਵਿੱਚ ਸੀਗੇ। ਇਹ ਕਿਹੜੀ ਗੇਮ ਨਾਲ ਰਿਲੇਟ ਕਰਦੀ ਹੈ रुमेली धर? शूटिंग, डिस्कस थ्रो, क्रिकेट या फुटबॉल? रुमेली धर ने रिसेंट ਦੇ ਵਿੱਚ ਜਿਹੜਾ ਹੈ ਉਹ क्रिकेट तो संन्यास लेता है। क्रिकेट का सही जवाब है। शी वाज दी वीमेन क्रिकेट। आ देख सकते हो रुमेली धर रिटायर्स फ्रॉम ऑल फॉर्म ऑफ इंटरनेशनल क्रिकेट। इंडियन एक्सप्रेस की न्यूज़ है, इत्थों दी आपां क्वेश्चन दिता है। आगे चलते हैं जी, 10 क्वेश्चन हो चुके हैं। क्वेश्चन नंबर 11 है 4 day long अंबुबाची मेला हैज रिसेंटली सेलिब्रेटेड इन विच ऑफ द फॉलोइंग स्टेट ऑफ इंडिया? ए गोवा, बी असम, सी नागालैंड या डी नन ऑफ दीज? अंबुबाची मेला या अंबुबाची मेला जिहड़ा है रिसेंट दे विच मनाया गया इंडिया दी किहड़ी स्टेट दे विच? गोवा दे विच, असम दे विच, नागालैंड दे विच या इन्हां चों कोई भी नहीं? सो द राइट आंसर टू दिस क्वेश्चन इज असम। असम दे गुवाहाटी दे कामाख्या देवी टेंपल, कामाख्या देवी टेंपल, ठीक है जी। ये गुवाहाटी दे विच टैंपल है, उस जगह ते हर साल जिहड़ा है अंबुबाची मेला लगता है। गोवा की अगर आप गल करिए तो गोवा भी रिसेंट दे विच न्यूज़ दे विच सीगा क्योंकि इत्थे एक फैसटीवल सैलीब्रेट होया साओ जोआओ फैसटीवल। साओ जोआओ फैसटीवल जिहड़ा है वो इत्थे सैलीब्रेट होया। नागालैंड न्यूज़ दे विच सीगा क्योंकि यूनीयन फार्मर वैलफेयर के मंत्री हैगे है नरेंद्र सिंह तोमर जी, उत्थे नागालैंड दे विच उन्होंने एक हनी टेस्टिंग लैब का उद्घाटन किया। हनी टेस्टिंग लैबोरेटरी का उद्घाटन किया। क्वेश्चन नंबर 12 देखते हैं जी। कंसीडर द फॉलोइंग स्टेटमेंट रिगार्डिंग द कॉमनवेल्थ ग्रुप ऑफ नेशंस। फर्स्ट, इट्स रिसेंट मीटिंग हेल्ड नहीं है, हेल्ड है थे, सॉरी टाइपिंग मिस्टेक हो गया थे। रिसेंट मीटिंग हेल्ड इन अबूजा नाइजीरिया। सेकंड, टू न्यू नेशंस गैबन एंड टोगो जॉइंड दिस ग्रुप। Statement number 3, total members of group is now 56. Which of the following statement are true? Only 1 and 2, only 2 and 3, only 1 and 3 या all of the above? Commonwealth group of nation ਦੇ रिगार्डिंग एक क्वेश्चन पूछा गया है। सो पहली स्टेटमेंट है, 3 स्टेटमेंटां दित्तियां गईयां। पहली स्टेटमेंट है कि इहदी 2022 की जिहड़ी मीटिंग है वो अबूजा नाइजीरिया च होई। सैकेंड स्टेटमेंट है 2 नवे नेशन गैबोन ते टोगो उन्होंने ग्रुप ਨੂੰ ज्वाइन किया। तीसरी ਜਿਹੜੀ स्टेटमेंट है कि हुण इस ग्रुप ਦੇ ਵਿੱਚ 56 मैंबर हो गए। पूरे ध्यान नाल आंसर दिओ कि ਇਹਦਾ जवाब आएगा कि राइट आंसर इज 2 and 3। पहला ਜਿਹੜਾ है वो सही नहीं हैगा। अबूजा नाइजीरिया ਦੇ ਵਿੱਚ ਇਹ मीटिंग नहीं हुई। ये मीटिंग हुई दोस्तों किगाली ਦੇ ਵਿੱਚ। किगाली जिहड़ी है उहदे विच ये मीटिंग जिहड़ी है ये रिसेंट दे विच हुई है 20 तो लैके 24 जून तक। उस दे विच वैस्ट अफ्रीकन कंट्रीज गैबोन ते टोगो ने इस ग्रुप नूं ज्वाइन किया ते हुण इस ग्रुप दे विच 56 जिहड़े मैंबर है वो हो चुके। ओके है जी। सो सैकेंड ते थर्ड स्टेटमेंट जिहड़ी है वो ठीक हैगी है। 1949 दे विच एक ग्रुप दोस्तों बनिया सीगा, ठीक है, कॉमनवेल्थ ग्रुप ऑफ नेशन। अगर इहदे विच किहड़े-किहड़े मैंबर है ये आपां इत्थे देख सकते हैं, ठीक है। सो एक चीज़ होर दसदा, किगाली जिहड़ी है कैपिटल है रवांडा दी, ये शायद रह गया सीगा रवांडा, ठीक है। सो ये जिहड़े है ये ग्रुप ऑफ नेशन है ये 54 हैगी है, 2 इहदे विच तुसीं ऐड कर लैणे, ठीक है। स्क्रीनशॉट ले लो, अगे चलते हैं। क्वेश्चन नंबर 13, who of the following has recently been appointed as the new CEO of नीति आयोग?
नीति आयोग के नवे CEO कौन बनाए गए हैं? मोस्ट इंपोर्टेंट क्वेश्चन ऑफ द वीक। ए के वेणुगोपाल, बी परमेश्वरम अय्यर, सी तपन कुमार डेका या डी समंत गोयल। नीति आयोग के नवे CEO। द राइट आंसर इज परमेश्वरम अय्यर। बी इज द राइट आंसर। अगर आप के वेणुगोपाल जी की गल करिए, ही इज करंटली AG अटॉर्नी जनरल ऑफ इंडिया। इन्हों 3 महीने की एक्सटेंशन दी गई है। अगर आप तपन कुमार डेका जी की गल करिए, ये नवे चीफ बने हैं इंटैलीजेंस ब्यूरो के IB के। ते समंत गोयल जी की गल करिए तो ये करंट चीफ है रिसर्च एंड एनालिसिस विंग के। इन्हों भी एक्सटेंशन जी है वो दी गई है। सो जिवें दोस्तों मैं तुहानूं दस्सिया कि ये कहण नूं 20 क्वेश्चन है, लेकिन तकरीबन 50 क्वेश्चन बनणगे अपने ऐसे अद्धे घंटे के सैशन दे विच। अगे चलते हैं। विच ऑफ द फॉलोइंग इंटरनेशनल ऑर्गेनाइजेशन हैज रिसेंटली रिलीज्ड अ रैंकिंग नेम्ड एज ग्लोबल लिवेबिलिटी इंडेक्स? ए वर्ल्ड बैंक, बी IMF, सी इकोनॉमिक इंटेलिजेंस यूनिट या डी इंटरनेशनल एटॉमिक एनर्जी एजेंसी। वर्ल्ड बैंक, IMF, EIU या इंटरनेशनल एटॉमिक एनर्जी एजेंसी। ग्लोबल लिवेबिलिटी इंडेक्स। ग्लोबल लिवेबिलिटी जो इंडेक्स है दोस्तों वो जो है रिलीज किया है EIU ने। सो एज के मुताबिक इन्होंने टॉप 10 जो सिटीज़ रखी हैं जिथे रहना सब तो ज़्यादा सुगम है, सब तो सौखा है, सब तो स्टैंडर्ड का है। तो पहले नंबर पर है ऑस्ट्रिया की कैपिटल वियना, जिथे इंटरनेशनल एटॉमिक एनर्जी एजेंसी का हैडकुआटर भी है। सैकेंड नंबर पर कोपनहेगन, थर्ड से ज़ुरीक, फोर्थ से कैलगरी। ठीक है, ये सारे है। तो अगर आप लीस्ट लिवेबल सिटीज़ की गल करिए तो बिल्कुल लास्ट से आया सीरिया की डेमैस्कस। ओके, सो ये चीज़ है। अगर आप इंडिया की गल करिए तो इंडिया की न्यू दिल्ली जी है वो 112वें नंबर से, अपनी फाइनैशियल कैपिटल मुंबई जी है वो 117वें पोजीशन पर आई है। अगे चलते हैं। क्वेश्चन नंबर 15। Mr. Vijay Amrit Raj, who have recently honored with Golden Achievement Award by an international sports federation, is related to which sport? A. Tennis, B. Football, C. Squash या D. Archery। Mr. Vijay Amrit Raj ਇਹ ਇੰਡੀਆ ਦੇ ਇੱਕ ਪਲੇਅਰ ਹੈਗੇ ਹੈ, ਕਿਸੇ ਟਾਈਮ ਤੇ ਪਲੇਅਰ ਹੁੰਦੇ ਸੀ। ਉਹਨਾਂ ਨੂੰ ਗੋਲਡਨ ਅਚੀਵਮੈਂਟ ਅਵਾਰਡ ਦਿੱਤਾ ਗਿਆ ਹੈ ਉਹਨਾਂ ਦੀ ਸਪੋਰਟਸ ਫੈਡਰੇਸ਼ਨ ਹਾਈਐਸਟ ਅਥਾਰਟੀ ਦੁਆਰਾ। ये किहड़ी गेम नाल रिलेट करते हैं? मिस्टर विजय अमृत राज। सो ये रिलेट करते हैं दोस्तों टैनिस के नाल। अगर आप इन्हां दा देखिए विजय अमृत राज जी ये हैगे है ये इंडियन स्पोर्ट्स कमेंटेटर, एक्टर, रिटायर्ड प्रोफैशनल टैनिस प्लेयर हैगे है मद्रास तो। ठीक है जी, इन्हां नूं पद्म श्री भी मिलिया सीगा 1983 दे विच। अगे चलते हैं जी। क्वेश्चन नंबर 16। फ्रॉम द पास्ट फ्यू मंथ्स a debate in India is going on at the validity of sedition law. Which article of IPC is related to sedition? A 123, B 124, C 124A या D 134A। IPC इंडियन पीनल कोड की किहड़ी धारा हैगी है जिहड़ी सैडिशन लॉ ते एप्लीकेबल है? सैडिशन यानी कि देशद्रोह का कानून, देशद्रोह का जिहड़ा एक्ट लगता है। पिछले दिनों तो काफ़ी जिहड़ी एक डिबेट छिड़ी हुई है कि ये होना चाहिए या नहीं होना चाहिए। सो इनका जो सही जवाब है दोस्तों वो है 124A। धारा 124A लगती है सैडिशन ते। सैडिशन की होंदा है? सैडिशन वो होंदा है उनकी डेफिनेशन दे विच ये है भी कोई भी परसन आपदे वर्ड्स द्वारा, चाहे वो लिखे गए होण, चाहे वो बोले गए होण या कोई ना कोई विजुअल रिप्रजेंटेशन के द्वारा जिहड़ी हिंसा नूं भड़कांदा है एंड एज वेल एज वो एक्साइट करता है डिसअफेक्शन टुवर्ड्स दी गवर्नमेंट। सो उन्हां ते जिहड़ा है इस तरह का लॉ जिहड़ा है ये लग जाता है। ये एक नॉन बेलेबल ऑफेंस है। ये करन नाल जिहड़ा है 3 साल तो लैके उम्र कैद तक की सज़ा हो सकती है। तो ये जिंदे ते लगता है उन्होंने गवर्नमेंट जॉब्स तो भी जिहड़ा बाहर है वो कर दिता जाता है। ओके है। क्वेश्चन नंबर 17। विच ऑफ द फॉलोइंग टेंपल इन इंडिया वाज वंस अपॉन अ टाइम नोन एज व्हाइट पगोड़ा? कोणार्क सन टेंपल, जगन्नाथ टेंपल, राजा रानी टेंपल या गंगोत्री टेंपल। इन्हां चों किहड़ा टेंपल है जिन्हों किसी टाइम के उपर वाइट पगोड़ा कहा जाता सी? वाइट पगोड़ा। 4 ऑप्शन थोड़े सामने है, की जवाब आएगा जी? ध्यान नाल जवाब दिओ। तो द राइट आंसर टू दिस क्वेश्चन इज जगन्नाथ टेंपल। रिसेंट दे विच पूरी जगन्नाथ टेंपल दे विच जिहड़ी है वो रथ यात्रा निकाली गई। उस रथ यात्रा करके एक क्वेश्चन बनिया कि वाइट पगोड़ा इस टेंपल नूं किया जाता सी। कोणार्क सन टेंपल नूं कहंदे आ दोस्तों ब्लैक पगोड़ा। ये भी बहुत इंपोर्टेंट है, ब्लैक पगोड़ा। राजा रानी टेंपल भी उड़ीसा की कैपिटल भुवनेश्वर दे विच ही हैगा। सो ये जगन्नाथ टेंपल जी बारे लिखा हुआ है। जगन्नाथ टेंपल जिहड़ा है वो 12th सेंचुरी जिहड़ा उहदे विच ये किंग
ਅੰਤਰਵਰਮਨ ਨੇ ਬਣਵਾਇਆ ਸੀਗਾ, ਜਿਹੜੇ ਕਿ ਈਸਟਰਨ ਗੰਗਾ ਡਾਇਨੈਸਟੀ ਤੋਂ ਬਿਲੋਂਗ ਕਰਦੇ ਸੀਗੇ। ਠੀਕ ਹੈ, ਈਸਟਰਨ ਗੰਗਾ ਡਾਇਨੈਸਟੀ, ਇਹਨੂੰ ਯਮਨਿਕਾ ਤੀਰਥ ਵੀ ਕਹਿੰਦੇ ਆ। ਓਕੇ ਹੈ, ਤੇ ਕਿਸੇ ਟਾਈਮ ਤੇ ਇਹਨੂੰ ਵਾਈਟ ਪਗੋੜਾ ਜਿਹੜਾ ਹੈ ਉਹ ਕਿਹਾ ਜਾਂਦਾ ਸੀ। क्वेश्चन नंबर 18 की गल करते हैं, विच ऑफ द फॉलोइंग सिटी ऑफ द स्टेट महाराष्ट्र हैज बीन रीनेम्ड एज सांभाजी नगर बाय द उद्धव ठाकरे कैबिनेट इन देयर लास्ट मीटिंग? ए औरंगाबाद, बी ओस्मानाबाद, सी पुणे या डी रत्नागिरी? उद्धव ठाकरे जी जो सीएम सीगे 29 जून ਨੂੰ ਉਹਨਾਂ ਨੇ ਰਾਤ ਨੂੰ 9:10 ਤੇ ਫੇਸਬੁੱਕ ਤੇ ਆ ਕੇ ਉਹਨਾਂ ਨੇ ਅਸਤੀਫਾ ਦਿੱਤਾ। ਉਹਦੇ ਵਿੱਚ ਹੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਸਾਡੀ ਕੈਬਨਿਟ ਨੇ ਆਪਦੀ ਲਾਸਟ ਮੀਟਿੰਗ ਦੇ ਵਿੱਚ ਕੁਝ ਡਿਸੀਜਨਸ ਲਏ ਹੈ। ਉਹ ਡਿਸੀਜਨ ਉਹਨਾਂ ਨੇ ਦੱਸੇ ਜਿੰਦੇ ਵਿੱਚ ਕੁਝ ਨੇਮ ਜਿਹੜੇ ਹੈ ਉਹ ਚੇਂਜ ਕੀਤੇ ਗਏ ਸੀ। ਕੁਐਸਚਨ ਪੁੱਛਿਆ ਕਿ ਸੰਭਾਜੀ ਨਗਰ ਕਿਹੜੀ ਸਿਟੀ ਦਾ ਨਵਾਂ ਨਾਮ ਰੱਖਿਆ ਗਿਆ? ਸੋ ਦੀ ਰਾਈਟ ਆਨਸਰ ਇਜ਼ औरंगाबाद। औरंगाबाद का नाम रखा गया सांभाजी नगर। ठीक है, तो उस तो बाद जिहड़ा है ओस्मानाबाद का जिहड़ा नाम है वो रखा गया धाराशिव। धाराशिव या धाराशिव। 19th क्वेश्चन की गल करते हैं, इसरो हैज रिसेंटली लॉन्च्ड अ न्यू प्लेटफॉर्म नेम्ड एज POIM। What is the full form of E in this abbreviation? So इसरो ने एक नवी पोइम लिखी है। ये पोइम वो कविता वाली नहीं है, इन्होंने एक प्लेटफॉर्म लॉन्च किया है पोइम नाम का। सो पोइम दी की फुल फॉर्म है, यानी कि E दी की फुल फॉर्म है एस एब्रीविएशन दे विच एक्सपोनेंशियल, एक्सपेरीमेंटल, एक्सपेक्टेड या एनवायरमेंटल। एनवायरमेंटल की हैगा जी इहदा सही जवाब है दोस्तों बी एक्सपेरीमेंटल। अगर आप इहदी गल करिए तो PSLV इहदी फुल फॉर्म की है PSLV ऑर्बिटल एक्सपेरीमेंटल मॉड्यूल। ਅਸੀਂ ਜਿਹੜਾ ਐਪ ਦੇ ਵਿੱਚ ਪੜ੍ਹਦੇ ਆ ਉਹਦੇ ਵਿੱਚ ਮੈਂ ਇੱਕ ਵੀਡੀਓ ਦੇ ਥਰੂ ਇੱਕ ਐਨੀਮੇਸ਼ਨ ਦੇ ਥਰੂ ਪੂਰਾ ਸਮਝਾਇਆ ਕਿ PSLV ਜਿਹੜਾ ਹੈ ਉਹ 4 ਸਟੇਜਿਸ ਦੇ ਵਿੱਚ ਕੰਮ ਕਰਦਾ ਹੈ। ਜਿਹੜੀ ਚੌਥੀ ਸਟੇਜ ਹੁੰਦੀ ਹੈ ਜਿਹਦੇ ਤੇ ਸੈਟੇਲਾਈਟ ਅਲੱਗ ਹੋ ਜਾਂਦਾ ਹੈ ਤੇ ਬਾਕੀ ਦਾ ਜਿਹੜਾ ਪ੍ਰੋਡਕਟ ਰਹਿ ਜਾਂਦਾ ਹੈ ਉਹ ਪ੍ਰੋਡਕਟ ਜਿਹੜਾ ਹੈ ਉਹ ਸਪੇਸ ਦੇ ਵਿੱਚ ਡੈਬਰਿਸ ਬਣ ਕੇ ਰਹਿ ਜਾਂਦਾ ਹੈ। ਬਟ ਇਸਰੋ ਇੱਕ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰ ਰਿਹਾ ਹੈ ਕਿ ਉਸ ਡੈਬਰਿਸ ਨੂੰ ਵੀ ਯੂਜ਼ ਕੀਤਾ ਜਾ ਸਕੇ, ਉਹਦੇ ਉੱਪਰ ਸੋਲਰ ਪੈਨਲ ਲਗਾ ਕੇ ਉਹਨੂੰ ਵੀ ਆਪਾਂ ਸਪੇਸ ਦੇ ਵਿੱਚ ਯੂਜ਼ ਕਰ ਸਕੀਏ। ਇਹ ਇੱਕ ਨਵਾਂ ਐਕਸਪੈਰੀਮੈਂਟ ਹੈ ਜਿਹਨੂੰ पोइम का नाम दिता गया है PSLV ऑर्बिटल एक्सपेरिमेंटल मॉड्यूल। सो अपन लास्ट क्वेश्चन पे चलते हैं जी, क्वेश्चन नंबर 20th, व्हाट डू यू अंडरस्टैंड बाय द टर्म व्योमनॉट्स? व्योमनॉट्स दी टर्म तो तुसी की समझदे हो? फर्स्ट है जी अनदर नेम ऑफ रशियन एस्ट्रोनॉट्स, सेकंड है साइंटिस्ट ऑफ नासा's आर्टेमिस मिशन, या सी इंडियन एस्ट्रोनॉट हु शैल गो इन गगनयान, या नन ऑफ दीज। एक टर्म है व्योमनॉट्स। व्योमनॉट्स तो की भाव है? तो ऑप्शन थोड़े सामने है। द राइट आंसर टू दिस क्वेश्चन इज इंडियन एस्ट्रोनॉट्स हु शैल गो इन गगनयान। गगनयान इस हफ्ते न्यूज़ दे विच सीगा क्योंकि इसरो के चेयरमैन साहब ने यह गल कही कि 2022 दे विच होने वाला गगनयान मिशन हुण 2023 दे विच होएगा। गगनयान की चीज़ है? गगनयान इंडिया दा फर्स्ट मैंड फ्लाइट है जिहड़ी स्पेस दे विच जाएगी। इंडिया के जिहड़े एस्ट्रोनॉट है वो एक हफ्ते लई स्पेस दे विच जाणगे ते उत्थे की कहा गया कि इंडिया ने यह प्लान किया है कि जिहड़े एस्ट्रोनॉट्स जाणगे उन्हां नूं कहा जाएगा व्योमनॉट्स। व्योम मीनस संस्कृत दे विच व्योम का मतलब होंदा है अंतरिक्ष, तां करके व्योमनॉट्स जिहड़ा है वो नाम दिता जाएगा। ये करन दे नाल इंडिया जिहड़ा है वो 4th कंट्री बन जाएगा जिन्हें आपदे लेवल ते आपदे बिहाफ ते जिहड़ा कोई मैंड मिशन भेजिया है। किंदे तो बाद रशिया, US एंड चाइना। चौथे नंबर पे आ जाएगा इंडिया। ओके है फ्रेंड्स, सो ये सीगा अपना अज दा लैक्चर, अपना करंट अफेयर T20 जिन्हों आई होप थोनों वधिया लग्या होएगा। काफ़ी जिहड़े है ये एग्जैक्ट एग्जाम रिलेटेड क्वेश्चंस हैगे आ जिहड़े थोनों पता लगेगा जो तुसी एग्जाम दे विच बैठोगे तां। बट इन्ना सफिशिएंट नहीं होंदा, लेकिन क्वेश्चन जिहड़ी प्रैक्टिस है वो सफिशिएंट है, लेकिन डिटेल जिहड़ी है वो बहुत डिटेल दे विच जिहड़ा है वो आपां ऐप दे विच पढ़दे हां। सो अगर तुसी ये सारियां न्यूज़ नूं प्रॉपर तरीके नाल जिहड़ा है तां 20 करवाइयां जिहड़ियां डेली बेसिस ते 15-20 जिहड़ियां न्यूज़ होंदियां वो वाला जिहड़ा एनालिसिस है वो आपां ऐप दे विच करदे हुंदे हां। सो तुहाडे सहयोग दे नाल आपां ये जिहड़ी सीरीज़ है ये जारी रखांगे जिंदे च आपां हफ्ते दे बेस्ट जिहड़े 20 MCQ है अलॉन्ग विद एक्सप्लेनेशन वो आपां करदे रहांगे ताकि थोड़ी तुसी आपदी तैयारी नूं जज करते रहो। तो वीडियो नूं लाइक करना, अगर अच्छा लगे तो आपके दोस्तों नाल शेयर भी करना। थैंक यू सो मच।